ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 3 ਨਵੰਬਰ 2014 18 ਕੱਤਕ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਵੀਕਐਂਡ ਦੀ ਕਹਾਣੀ ਲੰਬੀ ਚੌੜੀ ਹੈ ਜੀ। ਜਿਵੇਂ ਲਾਸਟ ਪ੍ਰੋਗਰਾਮ ਜਦੋਂ ਅਸੀਂ ਕੀਤਾ ਹੈ ਥਰਸਡੇ, ਉਦੋਂ ਅਸੀਂ ਇਹ ਦੱਸਿਆ ਵੀ ਸੀ ਦਰਸ਼ਕਾਂ ਨੂੰ ਕਿ 31 ਅਕਤੂਬਰ ਦਾ ਵਿਸ਼ੇਸ਼ ਸਮਾਗਮ ਬੇ ਏਰੀਏ ਦੇ ਹੀ ਨਹੀਂ, ਸਾਰੇ ਅਮਰੀਕਾ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਜਿਹੜਾ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਉਸ ਦੇ ਵਿੱਚ ਹੋਏਗਾ ਜੀ। ਔਰ ਉਸ ਪ੍ਰੋਗਰਾਮ 'ਚ ਅਸੀਂ ਸ਼ਮੂਲੀਅਤ ਕੀਤੀ। ਜ਼ਾਹਰ ਹੈ ਕੁਛ ਨਿਰਾਸ਼ਾ ਵੀ ਸੀ ਕਿਉਂਕਿ ਗੁਰਦੁਆਰਾ ਕਮੇਟੀਆਂ ਦਾ ਜ਼ੋਰ ਕਈ ਵਾਰ, ਕਿਉਂਕਿ ਇਸ ਵਾਰ ਨਿਊਯਾਰਕ ਸਿੱਖ ਡੇ ਪੈਰੇਡ ਔਰ ਇਹ ਦਿਨ ਟੁਗੈਦਰ ਸੀ, ਉਸ ਪਾਸੇ ਵੀ ਸੀ। ਉਸ ਉਤਸ਼ਾਹ ਜਾਂ ਉਸ ਜਿਵੇਂ ਐਂਥੂਜ਼ੀਆਜ਼ਮ ਦੇ ਨਾਲ ਉਹ ਸੈਲੀਬ੍ਰੇਸ਼ਨ ਨਹੀਂ ਸੀ। ਇਸ ਦਾ ਮੈਂ ਆਪਣੀ ਸਪੀਚ ਦੇ ਵਿੱਚ ਨੋਟਿਸ ਵੀ ਲਿਆ ਜੀ। ਔਰ ਉਸ ਪ੍ਰੋਗਰਾਮ ਦੇ ਵਿੱਚ ਬਾਕੀ ਵੀ ਐਕਟਿਵਿਸਟ ਜਿਹੜੇ ਨੇ ਕਲਾਮਾਜ਼ੂ ਤੋਂ ਭਾਈ ਗੁਰਦੇਵ ਸਿੰਘ, ਡਾਲਸ ਟੈਕਸਸ ਤੋਂ ਭਾਈ ਸੰਤੋਖ ਸਿੰਘ ਵੀ ਆਏ ਹੋਏ ਸੀ। ਪਰ ਉਹ ਸਾਰੇ ਪ੍ਰੋਗਰਾਮ 'ਚ ਸੰਗਤ ਦੇ ਦਰਸ਼ਨ ਦਾ ਮੌਕਾ ਵੀ ਬਣਿਆ। ਇੱਕ ਭੈਣ ਜੀ ਜਿਹੜੇ ਲੰਬੇ ਵਕਤ ਤੋਂ ਆਪਣੇ ਪਿਤਾ ਜੀ ਦੇ ਨਾਲ ਸਾਡੇ ਸਰੋਤੇ ਨੇ ਟੀਵੀ 84 ਦੇ ਜੀ, ਉਹ ਫਰੀਮੌਂਟ ਤੋਂ 1.5-2 ਘੰਟੇ ਦੀ ਡਰਾਈਵ ਹੈ, ਕਨਕਰਡ ਉੱਥੇ ਰਹਿੰਦੇ ਨੇ। ਸੋ ਉਹ ਸਪੈਸ਼ਲੀ ਜਿਹੜੇ ਨੇ ਉਹ 31 ਅਕਤੂਬਰ ਦੇ ਦੀਵਾਨ 'ਚ ਆਏ। ਉਸ ਤੋਂ ਪਹਿਲਾਂ ਵੀ ਉਹ ਮੈਨੂੰ ਮਿਲੇ ਸਨ ਲਾਸਟ ਈਅਰ ਯੂਬਾ ਸਿਟੀ ਜੀ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਟੀਵੀ 84 ਤੇ ਤੁਸੀਂ ਕਿਹਾ ਸੀ ਕਿ ਫਰੀਮੌਂਟ ਜਿਹੜਾ ਹੈ ਉਹ ਦੀਵਾਨ ਹੈ 31 ਅਕਤੂਬਰ ਦਾ, ਔਰ ਅਸੀਂ ਉਸ ਤੋਂ ਜਿਹੜਾ ਦੇਖ ਕੇ ਹੀ ਸੁਣ ਕੇ ਆਏ। ਸੋ ਇਹ ਜਿਹੜੇ ਜੈਸਚਰ ਨੇ ਔਰ ਇਸ ਕਿਸਮ ਦਾ ਯੂਬਾ ਸਿਟੀ ਪੈਰੇਡ ਦੇ ਦੌਰਾਨ ਵੀ ਬਹੁਤ ਸਾਰੇ ਯੰਗਸਟਰਸ ਖਾਸ ਤੌਰ 'ਤੇ ਜਿਨ੍ਹਾਂ ਦੇ ਵਿੱਚ ਕੋਈ ਜ਼ਰੂਰੀ ਨਹੀਂ ਸਾਰੇ ਸਿੱਖੀ ਸਰੂਪ ਵਾਲੇ ਸਨ, ਬਹੁਤ ਸਾਰੇ ਜਿਹੜੇ ਉਹ ਦੇਖਣ ਨੂੰ ਜਿਨ੍ਹਾਂ ਨੂੰ ਤੁਸੀਂ ਪੰਖ ਕਹਿ ਸਕਦੇ ਹੋ, ਈਵਨ ਉਹਨਾਂ ਨੇ ਜਦੋਂ ਆ ਕੇ ਹੱਥ ਫੜ ਕੇ ਜਾਂ ਕੋਲ ਖਲੋ ਕੇ ਫੋਟੋ ਲਵਾਉਣ ਦਾ ਚਾਅ ਵਿਖਾਇਆ ਕਿ ਉਹ ਪ੍ਰੋਗਰਾਮ ਦੇਖਦੇ ਨੇ ਟੀਵੀ 84, ਤਾਂ ਫਿਰ ਇਸ ਗੱਲ ਦਾ ਸਾਨੂੰ ਉਤਸ਼ਾਹ ਵੀ ਮਿਲਦਾ ਹੈ ਕਿ ਵੀ ਸਾਡੀ ਗੱਲ ਜਿਹੜੀ ਹੈ ਉਹ ਇੱਕ ਲਗਾਤਾਰਤਾ ਦੇ ਨਾਲ ਪਹੁੰਚ ਰਹੀ ਹੈ। ਔਰ ਉਹਨਾਂ ਤੱਕ ਵੀ ਜਿਹੜੇ ਪਹਿਲਾਂ ਇਸ ਬਾਰੇ ਜਿਹੜੇ ਨੇ ਉਹ ਅਵੇਅਰ ਨਹੀਂ ਸੀ। ਔਰ ਯੂਬਾ ਸਿਟੀ 'ਚ ਇੱਕ ਬੜੇ ਬਾਅਦ ਮੈਨੂੰ ਪਤਾ ਲੱਗਿਆ ਬੜੇ ਟੌਪ ਪ੍ਰੋਫੈਸ਼ਨਲ ਨੇ। ਸੋ ਉਹਨਾਂ ਨੇ ਸਾਦਾ ਪੰਜਾਬੀ 'ਚ ਕਿਹਾ ਕਿ ਜੀ ਤੁਸੀਂ ਸੱਚੋ ਸੱਚ ਰਾਹੀਂ ਕਮਾਲ ਕਰੀ ਜਾਂਦੇ ਹੋ। ਕਿ ਅਮਰੀਕਨ ਜਿਹੜੇ ਸ਼ੋਅ ਵੀ ਹੁੰਦੇ ਨੇ ਕਿ ਵੀ ਮੈਂ ਕੌਨਸਟੈਂਟਲੀ ਕਈ ਸਾਲਾਂ ਤੋਂ ਦੇਖਦਾ, ਈਵਨ ਉਹਦੇ 'ਚ ਵੀ ਜਿਵੇਂ ਕੁਆਲਿਟੀ ਔਰ ਨਵੀਨਤਾ ਹੈ ਔਰ ਜਿੰਨਾ ਕੁ ਬਾਖੂਬੀ ਤੁਸੀਂ ਸਾਰਾ ਗਲੋਬਲ ਪਰਸਪੈਕਟਿਵ ਕਵਰ ਕਰਦੇ ਹੋ। ਸੋ ਇਹ ਨਹੀਂ ਹੈ, ਅਸੀਂ ਸਮਝਦੇ ਹਾਂ ਵੀ ਅਸੀਂ ਅਧੂਰੇ ਹਾਂ, ਹਰ ਚੀਜ਼ ਦੇ ਵਿੱਚ ਇੰਪਰੂਵਮੈਂਟ ਦੇ ਚਾਂਸਿਸ ਨੇ ਜੀ। ਪਰ ਲਗਭਗ 2 ਸਾਲ ਦੇ ਇਸ ਪੀਰੀਅਡ 'ਚ ਇੱਕ ਨਵਾਂ ਉਹ ਤਬਕਾ ਜਿਹੜਾ ਪਹਿਲਾਂ ਗੁਰਦੁਆਰਿਆਂ ਰਾਹੀਂ ਜਾਂ ਈਵਨ ਪ੍ਰਿੰਟ ਮੀਡੀਆ ਰਾਹੀਂ ਕੌਜ਼ ਨੂੰ ਸਮਰਪਿਤ ਨਹੀਂ ਸੀ, ਉਹ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਸਾਨੂੰ ਹੌਸਲਾ ਦਿੰਦੀ ਹੈ। ਮੁੱਖ ਦੀਵਾਨ ਯੂਬਾ ਸਿਟੀ 'ਚ ਜਿਹੜੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਉਹਨਾਂ ਦਾ 35ਵਾਂ ਨਗਰ ਕੀਰਤਨ ਸੀ, ਜਿਹਨੂੰ ਮਾਡਰਨ ਲੈਂਗੁਏਜ ਅਸੀਂ ਪੈਰੇਡ ਹੀ ਕਹਿੰਦੇ ਹਾਂ ਜੀ। ਸੋ ਉਹਨਾਂ ਦਾ ਹਾਲਾਂਕਿ ਉਹਨਾਂ ਦੀਆਂ ਸੈਲੀਬ੍ਰੇਸ਼ਨਸ ਆਲਮੋਸਟ 2 ਹਫ਼ਤੇ ਤੋਂ ਸ਼ੁਰੂ ਹੋ ਜਾਂਦੀਆਂ ਨੇ ਔਰ ਅਲੱਗ-ਅਲੱਗ ਰਾਗੀ ਜਥੇ ਪ੍ਰਚਾਰਕ ਉਹ 2 ਹਫ਼ਤੇ ਤੋਂ ਹੀ ਕਰ ਰਹੇ ਹੁੰਦੇ ਨੇ। ਸੈਚਰਡੇ ਤੋਂ ਜਿਹੜਾ ਆਤਿਸ਼ਬਾਜ਼ੀ ਵੀ ਹੁੰਦੀ ਹੈ ਔਰ ਇੱਕ ਅੰਦਾਜ਼ੇ ਮੁਤਾਬਕ ਇਸ ਸਾਰੇ ਹਫ਼ਤੇ 2 ਹਫ਼ਤੇ ਦੇ ਪੀਰੀਅਡ ਦੇ ਵਿੱਚ ਲਗਭਗ 4-5 ਲੱਖ ਸਿੱਖਾਂ ਦੀ ਪਾਰਟਿਸਿਪੇਸ਼ਨ ਹੁੰਦੀ ਹੈ ਉਹਦੇ 'ਚ ਜੀ। ਔਰ ਸੈਚਰਡੇ ਪ੍ਰੀਵੀਅਸ ਕਿਉਂਕਿ ਸੰਡੇ ਉਹਨਾਂ ਨੇ ਪੱਕਾ ਰੱਖਿਆ ਹੋਇਆ ਵੀ ਜਿਹੜਾ ਵੀ ਪਹਿਲਾ ਐਤਵਾਰ ਨਵੰਬਰ ਦਾ ਹੋਏਗਾ ਉਸ ਦਿਨ ਉਹ ਨਗਰ ਕੀਰਤਨ ਕਰਦੇ ਨੇ। ਉਸ ਦੀ ਪ੍ਰੀਵੀਅਸ ਈਵਨਿੰਗ ਜਿਹੜਾ ਹੈ ਉਹ ਦੀਵਾਨ ਸਜਦਾ ਹੈ ਔਰ ਬਾਹਰ ਵੀ ਜੇ ਤੁਸੀਂ ਦੇਖਣਾ ਹੈ ਵੀ ਸੇਵਾ ਦਾ ਪਰਸਪੈਕਟਿਵ ਜਾਂ ਆਸਪੈਕਟ ਕੀ ਹੈ ਤੇ ਫਿਰ ਤੁਹਾਨੂੰ ਯੂਬਾ ਸਿਟੀ 2-3 ਦਿਨ ਗੁਜ਼ਾਰਨੇ ਪੈਣਗੇ। ਔਰ 4 ਚੁਫੇਰਾ ਜਿਹੜਾ ਹੈ ਉਹ ਸੇਵਾ, ਚਾਅ, ਉਤਸ਼ਾਹ, ਉਸ ਨੂੰ ਮੇਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਜਿਵੇਂ ਜਿਸ ਤਰੀਕੇ ਨਾਲ ਉੱਥੇ ਬਾਜ਼ਾਰ ਲੱਗਦੇ ਨੇ, ਸ਼ਾਪਿੰਗ ਪੂਰਾ ਪਹਿਲਾਂ ਸਪੇਸ ਦਿੱਤਾ ਹੁੰਦਾ, ਜਿਹੜਾ ਕੁਛ ਨਹੀਂ ਮਿਲਦਾ ਉੱਥੋਂ ਮਿਲਦਾ। ਬੀਬੀਆਂ ਨੇ ਵੀ ਚੰਗਾ ਕਈ ਦੁਕਾਨਾਂ ਸੂਟਾਂ ਦੀਆਂ, ਕੋਈ ਰਜਾਈਆਂ, ਕੋਈ ਤਲਾਈਆਂ ਉਹ ਲੱਦ ਕੇ ਲੈ ਰਹੇ ਹੁੰਦੇ ਨੇ। ਪਰ
ਇੱਕ ਉਹਦੇ 'ਚ ਆਪਣੇ ਪੇਂਡੂ ਮਾਹੌਲ ਦੀ ਉਹ ਜਿਹੜੀ ਹੈ ਖੁਸ਼ਬੂ ਵੀ ਹੁੰਦੀ ਹੈ ਜੀ। ਫਿਰ ਤੁਸੀਂ ਉਸ ਨੂੰ ਈਵਨ ਹੋਲਾ ਮਹੱਲਾ ਜਾਂ ਅਨੰਦਪੁਰ ਸਾਹਿਬ ਦੇ ਜਿਹੜੇ ਇਕੱਠ ਨੇ ਹੋਲੇ ਮਹੱਲੇ ਦਾ ਖਾਸ ਤੌਰ ਤੇ ਉਹਦੇ 'ਚ ਜਿਵੇਂ ਗਹਿਮਾ ਗਹਿਮ ਕੋਈ ਇੱਕ ਪਾਸੇ ਸੰਗਤ ਆ ਰਹੀ ਹੈ ਦੂਸਰੇ ਪਾਸੇ ਨੂੰ ਜਾ ਰਹੀ ਹੈ, ਟ੍ਰੈਫਿਕ ਜੈਮ ਪਹਿਲਾਂ ਹੀ ਲੱਗੇ ਹੁੰਦੇ ਨੇ, ਇਸ ਲਈ ਕਈ 2-2 ਦਿਨ ਪਹਿਲਾਂ ਆ ਕੇ ਉੱਥੇ ਬੈਠ ਜਾਂਦੇ ਨੇ ਜੀ। ਸੋ ਸੈਟਰਡੇ ਸ਼ਾਮ ਦਾ ਦੀਵਾਨ ਜਿਹੜਾ ਹੈ ਉਹ ਇੱਕ ਤਰੀਕੇ ਦੇ ਨਾਲ ਪੋਲੀਟੀਕਲ ਉਸ ਨੂੰ ਜਿਹੜਾ ਤੁਸੀਂ ਕਹਿ ਸਕਦੇ ਹੋ ਉਸ ਦੀ ਟੋਨ ਵੀ ਹੁੰਦੀ ਹੈ ਕਿ ਉਹਦੇ 'ਚ ਪੰਥਕ ਮਸਲੇ ਵੀ ਵਿਚਾਰੇ ਜਾਂਦੇ ਨੇ। ਇਸ ਵਾਰ ਖਾਸੀਅਤ ਸਿੱਖ ਪਰਸਪੈਕਟਿਵ ਜਾਂ ਖਾਲਿਸਤਾਨੀ ਪਰਸਪੈਕਟਿਵ ਤੋਂ ਇਹ ਸੀ ਕਿ ਲਗਭਗ 2-3 ਹਫ਼ਤੇ ਪਹਿਲਾਂ ਸਮੂਹ ਜਿਹੜੀਆਂ ਖਾਲਿਸਤਾਨੀ ਜਥੇਬੰਦੀਆਂ, ਬੇਸ਼ੱਕ ਪੰਜਾਬ 'ਚ ਉਹਨਾਂ ਦੇ ਅੱਡ-ਅੱਡ ਗਰੁੱਪ ਨੇ, ਇੱਥੇ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੰਜ ਪ੍ਰਧਾਨੀ, ਸਿੱਖ ਯੂਥ ਆਫ ਅਮਰੀਕਾ ਔਰ ਬਾਕੀ ਵੀ ਜਿੰਨੇ ਇੱਕ ਐਕਟਿਵਿਸਟ ਸੀ, ਉਹਨਾਂ ਨੇ ਇੱਕ ਸਾਂਝੀ ਟੀਮ ਬਣਾਈ ਸੀ ਜੀ। ਉਹਨਾਂ ਨੇ ਯੂਬਾ ਸਿਟੀ ਮੈਨੇਜਮੈਂਟ ਦੇ ਨਾਲ ਕੋਆਰਡੀਨੇਟ ਕੀਤਾ ਹੋਇਆ ਸੀ ਕਿ ਸਾਡਾ ਫਲੋਟ ਐਤਕੀ ਸਾਂਝਾ ਹੋਏਗਾ ਖਾਲਿਸਤਾਨ ਦੇ ਸ਼ਹੀਦਾਂ ਨੂੰ ਸਮਰਪਿਤ, ਔਰ ਉਹ ਖਾਸ ਥਾਂ ਤੇ 4ਵੇਂ-5ਵੇਂ ਨੰਬਰ ਤੇ ਹੋਣਾ ਚਾਹੀਦਾ। ਔਰ ਇਸ ਤੋਂ ਇਲਾਵਾ ਦੀਵਾਨ ਦੇ ਵਿੱਚ ਕਿਹਨਾਂ ਨੇ ਐਡਰੈਸ ਕਰਨਾ ਹੈ, ਕਿਵੇਂ ਕੀ ਹੈ, ਉਹਨਾਂ ਦੀ ਪ੍ਰੋਪਰ ਟਾਈਮਿੰਗ ਹੋਏ ਤਾਂ ਕਿ ਮੌਕੇ ਤੇ ਜਿਵੇਂ ਸ਼ਰਾਰਤੀ ਟੋਲਾ ਉੱਥੇ ਖਾਸ ਤੌਰ ਤੇ ਬਾਦਲ ਦਲੀਆਂ ਦਾ ਕਈ ਵਾਰੀ ਉੱਥੇ ਜਿਹੜਾ ਪ੍ਰਭਾਵ ਪਿਛਲੇ ਦਿਨਾਂ 'ਚ ਰਿਹਾ ਦੇਖਣ 'ਚ, ਸੋ ਇਸ ਕਿਸਮ ਦੀ ਗੱਲ ਰਿਪੀਟ ਨਾ ਹੋਏ। ਸੋ ਉਹਦੇ ਲਈ ਉਹਨਾਂ ਨੇ ਆਲਰੇਡੀ ਮੈਨੇਜਮੈਂਟ ਨੂੰ ਮਿਲੇ ਔਰ ਇੱਕ ਜਿਹੜਾ ਕਾਫੀ ਦੇਰ ਬਾਅਦ ਇੱਕ ਜਿਹੜੀ ਪ੍ਰੋਸੈਸ ਰਿਵਾਈਵ ਹੋਈ, ਸੈਟਰਡੇ ਉਹਨਾਂ ਨੇ ਗੁਰਦੁਆਰਾ ਸਾਹਿਬ ਕੰਪਲੈਕਸ 'ਚ ਇੱਕ ਵੱਡਾ ਕਮਰਾ ਵੀ ਲਿਆ ਹੋਇਆ ਸੀ ਜਿੱਥੇ ਕਿ ਪੰਥਕ ਐਕਟਿਵਿਸਟ ਜਿਨ੍ਹਾਂ ਦੇ 100 ਦੇ ਕਰੀਬ ਜਿਨ੍ਹਾਂ ਦੀ ਗਿਣਤੀ ਹੋਏਗੀ ਸਾਰੇ ਪਾਸਿਓਂ ਆਏ ਸੀ। ਉਹਨਾਂ ਨੇ ਇੱਕ ਕਲੋਜ਼ ਡੋਰ ਸੈਸ਼ਨ ਵੀ ਕੀਤਾ, ਵਿਚਾਰਾਂ ਹੋਈਆਂ ਪੰਥਕ ਕਿਵੇਂ ਪੈਰੇਡ ਦੇ ਵਿੱਚ ਵਿਚਰਨੇ, ਕਿਵੇਂ ਭਵਿੱਖ ਦੇ ਵਿੱਚ ਅਸੀਂ ਕੀ ਕਰਨਾ। ਸੋ ਇਹ ਵੀ ਇੱਕ ਉਤਸ਼ਾਹ ਵਾਲੀ ਗੱਲ ਸੀ। ਔਰ ਦੀਵਾਨ ਦੇ ਵਿੱਚ ਖਾਸ ਤੌਰ ਤੇ ਜਿਹੜਾ ਸਾਡੀ ਪ੍ਰੈਜੈਂਟੇਸ਼ਨ ਸੀ ਉਸ ਨੂੰ ਕਿਉਂਕਿ ਬਹੁਤ ਸਾਰੇ ਪਾਸੇ ਜਿਹੜਾ ਉਹ ਬ੍ਰੌਡਕਾਸਟ ਹੋ ਰਿਹਾ ਸੀ, ਹਾਲਾਂਕਿ ਕਹਿਣ ਨੂੰ ਤਾਂ ਕਿਹਾ ਜਾ ਰਿਹਾ ਸੀ ਕਿ ਜਸ ਪੰਜਾਬੀ ਇਹਨੂੰ ਲਾਈਵ ਕਵਰ ਕਰ ਰਿਹਾ ਹੈ, ਪੀਟੀਸੀ ਬਾਰੇ ਵੀ ਇਹ ਚਰਚਾ ਸੀ ਔਰ ਲੱਗੇ ਵੀ ਹੋਈ ਸੀ ਮਾਈਕ ਜੀ। ਰੇਡੀਓ ਪੰਜਾਬ USA ਜਿਹੜਾ ਕਾਫੀ ਪਪੂਲਰ ਹੈ ਉਸ ਰਾਹੀਂ ਵੀ ਹੋ ਰਿਹਾ ਸੀ। ਉਸ ਪ੍ਰੋਗਰਾਮ ਦੇ ਵਿੱਚ ਸੈਟਰਡੇ ਸ਼ਾਮ ਦੇ ਸਰਦਾਰ ਹਰਿੰਦਰ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ, ਪਹਿਲਾਂ ਉਹ ਨਾਰਵੇ ਦੇ ਵਿੱਚ ਚਾਰਜ DFA ਜਿਹਨੂੰ ਰਾਜਦੂਤ ਕਿਹਾ ਜਾਂਦਾ, ਜੂਨ 84 'ਚ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਜੀ। ਔਰ ਬੀਬੀ ਕਿਰਨਜੋਤ ਕੌਰ ਜਿਹੜੇ ਕਿ ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਨੂੰ ਵੀ ਉਹਨਾਂ ਨੇ ਮੈਨੇਜਮੈਂਟ ਨੇ ਇਨਵਾਈਟ ਕੀਤਾ ਹੋਇਆ ਸੀ। ਹਾਲਾਂਕਿ ਅਜੇ 1-2 ਦਿਨ ਪਹਿਲਾਂ ਹੀ ਉੱਥੇ ਟੱਕ ਲਾਉਣ ਦੇ ਨਾਂ ਥੱਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਔਰ ਸੁਖਦੇਵ ਸਿੰਘ ਭੌਰ ਤੇ ਮਹਿਤੇ ਜਾਂ ਚਾਵਲਾ ਪਤਾ ਨਹੀਂ ਇਹ ਵੀ ਸੀ ਸਾਰੇ ਆਏ ਹੋਏ, ਪਰ ਇਹਨਾਂ ਨੇ ਤਾਂ ਕਿਉਂਕਿ ਉਹ ਦਦਾਰ ਸਿੰਘ ਬੈਂਸ ਦੇ ਨਿੱਜੀ ਮਹਿਮਾਨ ਸੀ, ਉਹ ਪ੍ਰੋਜੈਕਟ ਵੀ ਉਹਨਾਂ ਦਾ ਨਿੱਜੀ ਜਿਹਾ ਹੀ ਬਣ ਗਿਆ। ਸੋ ਉਹਨਾਂ ਨੇ ਈਵਨ ਇਹ ਵੀ ਜ਼ਹਿਮਤ ਨਹੀਂ ਉਠਾਈ ਕਿ ਇੱਥੇ ਗੁਰਦੁਆਰਾ ਸਾਹਿਬ ਉਹ ਮੱਥਾ ਟੇਕ ਜਾਣ। ਸੋ ਇਸ ਦਾ ਵੀ ਮੈਨੇਜਮੈਂਟ ਨੇ ਨੋਟਿਸ ਵੀ ਲਿਆ ਔਰ ਇਹਦੀ ਚਰਚਾ ਵੀ ਹੋ ਰਹੀ ਸੀ ਲੋਕਾਂ ਦੇ ਵਿੱਚ ਵੀ, ਜਿਹਨੂੰ ਪੰਜਾਬੀ 'ਚ ਥੂ ਕਹਿੰਦੇ ਨੇ ਕਿ ਵੀ ਇੱਕ ਪਾਸੇ, ਔਰ ਜਿਹੜਾ ਖਾਸ ਗੱਲ ਚਰਚਾ ਦੇ ਵਿੱਚ ਸੀ ਕਿ ਇੱਕ ਪਾਸੇ ਉੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਆਦੇਸ਼ ਜਾਂ ਹੁਕਮਨਾਮਾ ਹੈ ਕਿ ਇੱਕ ਥਾਂ ਦੇ ਉੱਤੇ ਇੱਕ ਗੁਰੂ ਘਰ ਹੀ ਬਣਨਾ ਚਾਹੀਦਾ, ਤੇ ਇੱਥੇ ਜਿਹੜਾ 35-40 ਸਾਲ ਤੋਂ ਐਸਟੈਬਲਿਸ਼ਡ ਹੈ ਉਹਦੇ ਬਰਾਬਰ ਤੇ ਆ ਕੇ ਤੁਸੀਂ ਸਿੱਖ ਮਿਸ਼ਨ ਦੇ ਨਾਂ ਥੱਲੇ ਇੱਕ ਹੋਰ ਨਿੱਜੀ ਗੁਰਦੁਆਰਾ ਬਣਾ ਰਹੇ ਹੋ ਕਿ ਵੀ ਇਹ ਤਾਂ ਤੋਹੀਨ ਕਰ ਰਹੇ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ। ਸੋ ਬੀਬੀ ਕਿਰਨਜੋਤ ਕੌਰ ਜਿਹੜੇ ਨੇ ਉਸ ਗਰੁੱਪ ਦੇ ਨਾਲ ਨਹੀਂ ਸੀ, ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਔਰ ਹਰਿੰਦਰ ਸਿੰਘ ਖਾਲਸਾ ਨੇ ਢੁਕਵੇਂ ਸ਼ਬਦਾਂ 'ਚ ਜੂਨ 84 'ਚ ਉਹਨਾਂ ਨੇ ਕਿਵੇਂ ਅਸਤੀਫਾ ਦਿੱਤਾ ਹੈ ਉਹਨਾਂ ਨੇ ਐਡਰੈਸ ਕੀਤਾ। ਬੀਬੀ ਕਿਰਨਜੋਤ ਕੌਰ ਜਿਹੜੇ ਨੇ ਉਹਨਾਂ ਨੇ ਬੜੇ ਚੰਗੇ ਸ਼ਬਦਾਂ ਨਾਲ ਸ਼ੁਰੂਆਤ ਕੀਤੀ, ਗੁਰਬਾਣੀ ਦਾ ਸਿਧਾਂਤ, ਸ਼ਬਦ ਗੁਰੂ ਦੀ ਗੱਲ, ਪਰ ਅਨਫੋਰਚੂਨੇਟਲੀ ਉਹ ਆਪਣੀ ਸਪੀਚ ਦੇ ਐਂਡ ਦੇ ਜੇ ਪਾਰਟ 'ਚ ਜਾ ਕੇ, ਕਿਉਂਕਿ ਉਹਨਾਂ ਦੀ ਮਾਤਾ ਡਾਕਟਰ ਰਜਿੰਦਰ ਕੌਰ ਜਿਹੜਾ ਸ਼ੱਕੀ ਹਾਲਤ ਦੇ ਵਿੱਚ ਮਾਰੇ ਗਏ ਸੀ, ਏਜੰਸੀਆਂ ਦਾ ਕੰਮ ਸੀ ਕਿਹਦਾ ਸੀ ਜੀ, ਉਹਨੂੰ ਆਧਾਰ ਬਣਾ ਕੇ ਉਹਨਾਂ ਨੇ ਜਿਹੜਾ ਇੱਕ ਗੱਲ ਉਹਦੇ 'ਚ ਕਹੀ ਕਿ ਜੀ ਤੁਸੀਂ ਜੇ ਇੱਥੇ ਨਾਰੇ ਖਾਲਿਸਤਾਨ ਉੱਥੇ ਬਣਾਉਣਾ ਹੈ ਤੇ ਨਾਰੇ ਇੱਥੇ ਲੱਗਣੇ ਨੇ, ਇਹ ਨਹੀਂ ਹੋਣਾ, ਤੁਸੀਂ ਉੱਥੇ ਆ ਕੇ ਫਿਰ ਕਰੋ ਨਾਰੇ ਲਾਓ ਤੇ ਜਾਂ ਫਿਰ ਇੱਥੇ ਬਣਾ ਲਓ ਖਾਲਿਸਤਾਨ ਜੀ। ਹੁਣ ਇਹ ਜਿਹੜਾ ਸਾਰਾ ਪਾਰਟ ਸੀ ਇਹ ਕਿਉਂਕਿ ਮੈਂ ਉਹਨਾਂ ਨੂੰ ਐਡਮਾਇਰ ਵੀ ਕਰਦਾ, ਅਸੀਂ TV 84 ਤੇ ਵੀ ਨਾਨਕਸ਼ਾਹੀ ਕੈਲੰਡਰ ਦਾ ਮੁੱਦਾ ਹੋਏ, ਜਿਵੇਂ ਹੁਣ ਪਲਾਜ਼ਾ ਇਹਨਾਂ ਨੇ ਬਣਾਇਆ ਸੁਖਬੀਰ ਬਾਦਲ ਨੇ ਠੇਕੇ ਤੇ, ਉਸ ਮੁੱਦੇ ਤੇ ਵਿਰਾਸਤੀ ਜਿਹੜਾ ਰੁਤਬਾ ਹਰਿਮੰਦਰ ਸਾਹਿਬ ਨੂੰ ਦੇਣ ਦੇ, ਉਹ 'ਚ ਉਹਨਾਂ ਦੀ ਪੋਜ਼ਿਟਿਵ ਅਪਰੋਚ ਰਹਿੰਦੀ ਹੈ। ਔਰ ਅਸੀਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਦੂਸਰੇ ਖੈਮਿਆਂ 'ਚੋਂ ਵੀ ਜਿਹੜੇ ਪੰਥ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਉਤਸ਼ਾਹਿਤ ਕਰੀਏ। ਪਰ ਇਹ ਜਿਸ ਤਰੀਕੇ ਦਾ ਹੁਣ ਇਹ ਪਬਲਿਕ ਐਡਰੈਸ ਸਿਸਟਮ ਤੇ ਜਾ ਰਹੀ ਸੀ ਇਹ ਸਾਰੀ ਸਪੀਚ ਸਾਰੇ TV ਚੈਨਲਸ ਦੇ ਜੀ, ਸੋ ਉਸ ਤੋਂ ਬਾਅਦ ਮੇਰੇ ਬੋਲਣ ਦਾ ਉਹਨਾਂ ਨੇ ਅਨਾਉਂਸ ਕੀਤਾ
ਸੋ ਫਿਰ ਇਹ ਇੱਕ ਤਰੀਕੇ ਦੇ ਨਾਲ ਮੈਂ ਸਤਿਕਾਰਤ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਦਾ ਇਹ ਪਾਰਟ ਹੈ ਉਹਨੂੰ ਚੈਲੰਜ ਕੀਤਾ ਜੀ। ਮੈਂ ਕਿਹਾ ਜੀ ਤੁਸੀਂ ਜਿਸ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਿਤ ਹੋ, ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਜੂਨ 'ਚ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ BBC ਦੇ ਉੱਤੇ ਕਿਹਾ ਸਿੱਖਾਂ ਨੂੰ ਕਿ ਫੌਜੀਆਂ ਨੂੰ ਕਿ ਛੱਡ ਦਿਓ ਬੈਰਕਾਂ, ਹੁਣ ਸਾਡੀ ਜੰਗ ਹੈ ਭਾਰਤ ਸਟੇਟ ਦੇ ਨਾਲ। ਔਰ ਮੈਂ ਕਿਹਾ 1992 'ਚ ਜਦੋਂ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਮਿਸਟਰ ਬੂਟਰੋਸ ਗਾਲੀ ਦਿੱਲੀ ਗਏ, ਜਿਨ੍ਹਾਂ ਅਕਾਲੀ ਲੀਡਰਾਂ ਨੇ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਹੈ, ਉਹਦੇ 'ਚ ਸਰ ਪ੍ਰਕਾਸ਼ ਸਿੰਘ ਬਾਦਲ ਪ੍ਰਮੁੱਖ ਸੀ ਔਰ ਉਹਦੇ 'ਚ ਮੰਗ ਇਹ ਕੀਤੀ ਹੋਈ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿ ਸਵੈ ਨਿਰਣੇ ਦਾ ਹੱਕ, ਕਿ ਵੀ ਤੁਹਾਡਾ ਲੀਡਰ ਮੰਗ ਰਿਹਾ ਹੈ ਖਾਲਿਸਤਾਨ, ਗੁਰਦੁਆਰੇ 'ਚ ਤੁਸੀਂ ਰਾਜ ਕਰੇਗਾ ਖਾਲਸਾ ਪੜ੍ਹਦੇ ਹੋ, ਗੁਰੂ ਤੋਂ ਤੁਸੀਂ ਮੰਗਦੇ ਹੋ ਕਿ ਹਮ ਪਾਤਸ਼ਾਹੀ ਸਤਿਗੁਰ ਦੇ ਹੀ ਕਹਿੰਦੇ ਹੋ, ਗੁਰੂ ਨੇ ਦਿੱਤਾ ਜੀ, ਤੇ ਤੁਸੀਂ ਈਡਾ ਤੁਹਾਨੂੰ ਡਰ ਕਿਉਂ ਲੱਗਦਾ ਹੈ ਖਾਲਿਸਤਾਨ ਸ਼ਬਦ ਤੋਂ? ਜਾਂ ਫਿਰ ਇਹ ਬੰਦ ਕਰ ਦਿਓ, ਗੁਰਦੁਆਰਿਆਂ 'ਚ ਵੀ ਰਾਜ ਕਰੇਗਾ ਖਾਲਸਾ ਪੜ੍ਹਨ। ਸੋ ਉਹ ਸੰਗਤ ਵੱਲੋਂ ਤਾਂ ਖੈਰ ਜਕਾਰੇ ਔਰ ਨਾਰਿਆਂ ਦੀ ਗੂੰਜ 'ਚ ਉਹਦਾ ਹੋਣਾ ਹੀ ਸੀ ਸਵਾਗਤ। ਲੇਕਿਨ ਜਿਹੜੀ ਗੱਲ ਮੈਂ ਜਦੋਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਕਦੇ ਵੀ ਆਪਣੇ ਫੈਲੋ ਮੀਡੀਆ ਬਾਰੇ, ਪੰਥਕ ਭਾਵੇਂ ਉਹ ਪ੍ਰਿੰਟ ਮੀਡੀਆ 'ਚ ਵੀ ਰਹਿੰਦੇ ਆ, ਸਾਡੇ ਖਿਲਾਫ ਵੀ ਜਦੋਂ ਲਿਖਦੇ ਰਹੇ, ਅਸੀਂ ਕਿਸੇ ਨੂੰ ਨਹੀਂ ਕਿਹਾ ਹੈ, ਸਾਡੀ ਇਹ ਹੁੰਦਾ ਹੈ ਕਿ ਭਾਈ ਚਲੋ ਇਹ ਵੀ ਬੋਲੀ ਦੀ ਖਿਦਮਤ ਕਰ ਰਹੇ ਨੇ। ਪਰ ਮੈਂ ਇਹ ਗੱਲ ਅਫਸੋਸ ਨਾਲ ਕਹਿਣੀ ਚਾਹੁੰਦਾ ਹੈ ਕਿ ਵੀ ਅਸੀਂ ਇਸ ਪਲੇਟਫਾਰਮ ਤੋਂ ਕਦੇ ਵੀ, ਦੂਸਰੇ ਚੈਨਲ ਨੇ ਬੇਸ਼ੱਕ ਬਾਦਲ ਦੀਆਂ ਨੀਤੀਆਂ ਨੂੰ ਅਸੀਂ ਕ੍ਰਿਟੀਕਲ ਹੈ, ਪਰ ਅਸੀਂ ਕਦੇ ਵੀ PTC ਚੈਨਲ ਦਾ ਨਾਂ ਲੈ ਕੇ ਜਿਹੜਾ ਉਸ ਬਾਰੇ ਕੋਈ ਨੈਗੇਟਿਵਿਟੀ ਨਹੀਂ ਕੀਤੀ। ਇਸੇ ਤਰ੍ਹਾਂ ਜਸ ਪੰਜਾਬੀ ਹੈ, ਅਸੀਂ ਸਮਝਦੇ ਹਾਂ ਕਿ ਉਹਨਾਂ ਦੇ ਸ਼ੋਅ ਤੇ ਵੀ ਮੁੱਦੇ ਦੇ ਉੱਤੇ ਮੈਨੂੰ ਇਨਵਾਈਟ ਕਰਦੇ ਰਹੇ ਨੇ, ਮੈਂ ਜਾਂਦਾ ਰਿਹਾ। ਪਰ ਇਸ ਵਾਰ ਸ਼ਾਇਦ ਮੈਂ ਵੀ ਇਸ ਗੱਲ ਨੂੰ ਫਿਰ ਵੀ ਨਾ ਲੈਂਦਾ, ਕਿਉਂਕਿ ਮੈਨੂੰ ਪਤਾ ਹੈ ਵੀ ਇਹ ਅਲਟੀਮੇਟਲੀ ਕਿਹਦੀਆਂ ਲਾਇਲਟੀਜ਼ ਕਿੱਥੇ ਲਾਈ ਕਰਦੀਆਂ ਤੇ ਕਿੰਨਾ 'ਚ ਦਮ ਹੈ। ਪਰ ਜਦੋਂ ਬਾਰ-ਬਾਰ ਸਿੱਖ ਸੰਗਤ ਦੇ ਵਿੱਚ ਜਿਉਂ ਹੀ ਜਿਹੜਾ ਸਾਡਾ ਮੈਂ ਸਪੀਚ ਸ਼ੁਰੂ ਕੀਤੀ, ਜਸ ਪੰਜਾਬੀ ਜਿਹੜਾ ਕਿ ਲਾਈਵ ਰਿਲੇ ਕਰ ਰਿਹਾ ਸੀ, ਉਹਨਾਂ ਨੇ ਉਹਨੂੰ ਕੱਟ ਆਫ ਕਰਕੇ ਉਹਦੀ ਥਾਂ ਤੇ ਕਮਰਸ਼ੀਅਲ ਚਲਾ ਦਿੱਤੇ 20-25 ਮਿੰਟ। ਔਰ PTC ਬਾਰੇ ਖਬਰ ਪਤਾ ਨਹੀਂ ਕਿਵੇਂ ਸਟੇਜ ਤੱਕ ਪਹੁੰਚੀ, ਕਿਉਂਕਿ PTC ਦੇ ਵੀ ਗੁਰਚਰਨ ਸਿੰਘ ਲਾਂਬਾ ਜਿਹੜੇ ਨੇ ਦੀਵਾਨ ਦੇ ਅੰਦਰ ਜਦੋਂ ਕਿਰਨਜੋਤ ਬੋਲਣ ਲਈ ਆਏ ਨੇ, ਬੈਠੇ ਨੇ, ਉਹਨਾਂ ਨੂੰ ਮੈਂ ਦੇਖਿਆ। ਔਰ ਇਹੋ ਜਿਹੀ ਕੰਮ ਉਹਨਾਂ ਨੇ ਇੱਥੇ ਵੀ ਕੀਤਾ ਸੀ, ਕਸ਼ਮੀਰੀਆਂ ਦੇ ਨਾਲ ਜਦੋਂ ਅਸੀਂ ਪ੍ਰੋਟੈਸਟ ਕੀਤਾ ਉਹਨੂੰ ਗਾਇਬ ਕੀਤਾ ਸੀ। ਪਰ ਸਟੇਜ ਤੱਕ ਇਹ ਗੱਲ ਸੰਗਤ ਦੇ ਵਿੱਚ ਇਸ ਗੱਲ ਦਾ ਰੋਹ ਹੈ, ਕਿਉਂਕਿ ਜਿਹੜੇ ਲੋਕ ਸੁਣ ਰਹੇ ਸੀ ਬਾਹਰ ਰੇਡੀਓ ਤੇ ਲਾਈਵ ਜਾ ਰਿਹਾ ਸੀ, ਪੰਜਾਬ ਰੇਡੀਓ ਤੇ, ਇਹਨਾਂ ਨੇ ਕੱਟ ਆਫ ਕਰਤਾ। ਔਰ ਸਟੇਜ ਤੋਂ ਫਿਰ ਉਹਨਾਂ ਨੇ, ਸੈਕਟਰੀ ਨੇ ਬੜੇ ਗੁੱਸੇ 'ਚ ਕਿਹਾ ਕਿ ਜੀ ਸਾਨੂੰ ਇਹ ਪਤਾ ਲੱਗਾ ਕਿ ਵੀ ਆ ਲਾਈਵ ਉਹਨਾਂ ਨੇ ਰੋਕਿਆ ਤੇ ਇੱਥੋਂ ਡੱਬਾ ਜਿਹਾ ਆਪਣਾ ਚੁੱਕ ਕੇ ਲੈ ਜਾਣ, ਫਿਰ ਸਾਨੂੰ ਨਹੀਂ ਲੋੜ ਹੈ ਇਹਨਾਂ ਦੀ ਕਿ ਜੇ ਇਹ ਇਵੇਂ ਕਰਦੇ ਨੇ। ਔਰ ਇਸ ਸਾਰੇ ਦਾ ਪ੍ਰਭਾਵ ਅਗਲੇ ਦਿਨ ਨਗਰ ਕੀਰਤਨ ਦੇ ਵਿੱਚ ਵੀ ਦੇਖਿਆ ਗਿਆ, ਕਿਉਂਕਿ ਜਿਵੇਂ ਮੈਂ ਦੱਸਿਆ ਵੀ ਪੰਥਕ ਧਿਰਾਂ ਨੇ ਸਾਂਝੇ ਤੌਰ ਦੇ ਉੱਤੇ ਫਲੋਟ ਲਾਇਆ ਸੀ, ਔਰ ਉਸ ਫਲੋਟ ਦੇ ਪਿੱਛੇ ਐਤਕੀ ਜਿਹੜਾ ਅੱਗੇ ਨਾਲੋਂ ਵੀ ਜ਼ਿਆਦਾ ਉਤਸ਼ਾਹ ਦੇ ਨਾਲ ਵੱਡੀ ਗਿਣਤੀ 'ਚ ਨੌਜਵਾਨ ਔਰ ਬਜ਼ੁਰਗ ਔਰ ਦੂਸਰੇ ਤੁਰ ਰਹੇ ਸੀ। ਉਸ ਫਲੋਟ ਦੇ ਉੱਤੇ ਸ਼ਹੀਦਾਂ ਦੀਆਂ ਪਿਕਚਰਸ ਸਨ, ਉੱਤੇ ਕਵੀਸ਼ਰੀ ਜਥੇ ਸ਼ਹੀਦੀ ਵਾਰਾਂ ਖਾਲਿਸਤਾਨ ਦੇ ਜੰਗੇ ਆਜ਼ਾਦੀ ਦੇ ਯੋਧਿਆਂ ਨੂੰ ਟ੍ਰਿਬਿਊਟਸ ਦੇ ਰਹੇ ਸੀ। ਔਰ ਜਿਉਂ ਹੀ, ਕਿਉਂਕਿ ਮਾਰਚ ਵੱਡੇ ਫਲੋਟ ਹੁੰਦੇ ਨੇ, ਡਜ਼ਨਸ ਆਫ them, ਜਿਉਂ ਹੀ ਉਹ ਫਲੋਟ PTC ਦਾ, ਕਿਉਂਕਿ ਇਹਨਾਂ ਨੇ ਵੀ ਆਪਣਾ ਸਾਈਡ ਦੇ ਉੱਤੇ ਲਾ ਕੇ ਉੱਤੇ ਕ੍ਰੇਨ ਟਾਈਪ ਦੇ ਉੱਤੇ ਕਵਰੇਜ ਕਰ ਰਹੇ ਸੀ, ਔਰ ਉਹ ਇੰਨੀ ਕੁ ਫਿਰ ਭੜਕਾਹਟ ਸੀ ਜਿਹੜੀ ਹੈ ਸੰਗਤਾਂ ਦੇ ਵਿੱਚ, ਬਾਹਰੋਂ ਵੀ ਨੌਜਵਾਨ ਆ ਗਏ ਕਿ ਇਹਨਾਂ ਦੇ, ਉਹਨਾਂ ਨੇ ਕਿਹਾ ਜੀ ਅਸੀਂ ਹੁਣ ਤੁਹਾਨੂੰ ਪਤਾ ਹੈ ਵੀ ਤੁਸੀਂ ਕੈਮਰੇ ਬੰਦ ਕਰ ਲਏ ਨੇ, ਪਰ ਹੁਣ ਅਸੀਂ ਤੁਹਾਨੂੰ ਸ਼ਰਮ ਦੇ ਕੇ ਜਾਂਦੇ। ਔਰ ਉੱਥੇ ਜਿਹੜੇ ਨਾਅਰੇ ਗੂੰਜਦੇ ਰਹੇ ਇਹੀ ਕਿ ਖਾਲਸਾ ਪੰਥ ਦੇ ਕੌਣ ਗੱਦਾਰ, ਬਾਦਲ ਪਰਿਵਾਰ, ਬਾਦਲ ਪਰਿਵਾਰ। ਸੋ ਉੱਥੇ ਜਿਹੜੀ ਇਹਨਾਂ ਦੀ ਮਿੱਟੀ ਪਲੀਤ ਹੋਈ, ਦੂਜੇ ਚੈਨਲਾਂ ਨੇ, ਕਈਆਂ ਨੇ, ਜਾਂ ਜਿਹੜੇ ਕੈਮਰੇ ਚੱਲ ਰਹੇ ਸੀ ਉਹਨਾਂ ਨੇ ਉਸ ਨੂੰ ਕੈਮਰਾ ਬੰਦ ਵੀ ਕੀਤਾ ਹੈ। ਔਰ ਇਸੇ ਤਰ੍ਹਾਂ ਹੀ ਫਿਰ ਜਿਹੜਾ ਇੱਕ ਬਾਦਲ ਦਲ ਦੀ ਸਟੇਜ ਰਸਤੇ 'ਚ ਲੱਗੀ ਹੋਈ ਸੀ, ਉਸ ਦੇ ਸਾਹਮਣੇ ਵੀ ਉੱਥੇ ਤਾਂ ਆਲਮੋਸਟ ਉਹ ਜਿਹੜਾ ਸਟੇਜ ਛੱਡ ਕੇ ਦੌੜਨ ਤੱਕ ਗਏ। ਔਰ ਇਸ ਗੱਲ ਨੂੰ ਸਮਝਦੇ ਆ ਕਿ ਕੋਈ ਝਗੜਾ ਨਾ ਹੋਏ ਜਿਹੜਾ ਕਿ ਅਲਟੀਮੇਟਲੀ ਅਗੇਂਸਟ ਜਾਂਦਾ ਹੈ, ਫਿਰ ਜਿਹੜੀ ਪੰਥਕ ਧਿਰ ਵਾਲੇ ਬੰਦਿਆਂ ਨੇ ਜਾ ਕੇ ਉਹਨਾਂ ਨੂੰ ਵਾਪਸ ਲਿਆਂਦਾ। ਸੋ ਕਹਿਣ ਦਾ ਮਤਲਬ ਹੈ ਵੀ ਇਹ ਜਿਹੜੀ ਇੱਕ ਵੱਧ ਧਿਆਨਤ ਅਪਰੋਚ ਹੈ ਮੀਡੀਆ ਦੀ, ਮੈਂ ਸਮਝਦਾ ਹਾਂ ਵੀ ਜੇ ਅਮਰੀਕਾ 'ਚ ਬੈਠ ਕੇ, ਭਾਰਤ ਦੇ ਵਿੱਚ ਤਾਂ ਸਾਨੂੰ ਸ਼ਿਕਾਇਤ ਹੁੰਦੀ ਹੈ ਕਿ ਜੀ ਉੱਥੇ ਮੀਡੀਆ ਖਬਰ ਗਾਇਬ ਕਰ ਦਿੰਦਾ, ਉਹੀ ਲਾਉਂਦੇ ਨੇ, ਜਾਂ ਅੱਜ ਮੋਦੀ ਦਾ ਪਾਰਟ ਹੀ ਲਾਇਆ। ਪਰ ਜੇ ਅਮਰੀਕਾ ਵਿੱਚ ਬੈਠੇ ਜਿਹੜੇ ਕਲੇਮ ਕਰਦੇ ਨੇ ਕਿ ਜੀ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਲੈਂਡ 'ਚ ਬੈਠੇ ਹਾਂ, ਹਜ਼ਾਰਾਂ ਡਾਲਰਾਂ ਦੇ ਇਹ ਕੰਟਰੈਕਟ ਕਰਦੇ ਨੇ ਮੈਨੇਜਮੈਂਟ ਦੇ ਨਾਲ ਕਿ ਜੀ ਅਸੀਂ ਲਾਈਵ ਕਰਾਂਗੇ, ਤੇ ਐਸੀ ਕੀ ਪ੍ਰੋਬਲਮ ਹੈ, ਖਾਲਿਸਤਾਨੀਆਂ ਦੇ ਸੰਗ 'ਚ ਕਿਉਂ ਫਸਦਾ? ਸੋ ਇਹ ਜਿਹੜੀ ਅਪਰੋਚ ਸੀ, ਔਰ ਮੈਨੂੰ ਬਾਅਦ ਦੇ ਵਿੱਚ ਪਰੇਡ ਤੇ ਤੁਰਦਿਆਂ ਵੀ ਬਹੁਤ ਸਾਰੇ ਜਿਨ੍ਹਾਂ ਨੇ
ਹੁਣ ਰੇਡੀਓ ਪੰਜਾਬ ਕਿਉਂਕਿ ਬੜਾ ਵਾਈਡਨ ਹੈ, ਹਰਜੋਤ ਸਿੰਘ ਖਾਲਸਾ ਉਹਨੂੰ ਰਨ ਕਰਦੇ ਨੇ, ਉਹ ਲੋਕ ਸੁਣ ਰਹੇ ਸੀ, ਨਾਲ ਉਹਨੇ ਟੀਵੀ ਵੀ ਔਨ, ਟੀਵੀ ਤੋਂ ਗਾਇਬ ਉਹ ਰੇਡੀਓ ਤੇ ਹੋਏ। ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਦੀ ਹੁਣ ਖਬਰ ਲੈਣੇ ਆ, ਔਰ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਇਹਨਾਂ ਨੂੰ ਸਪੋਰਟ ਕਰਦੇ ਰਹੇ, ਔਰ ਇਹ ਇਹਨਾਂ ਦਾ ਵਰਤਾਰਾ ਜਿਹੜਾ ਉਹ ਅਨਐਕਸੈਪਟੇਬਲ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜਾ ਪਾਰਟ ਹੈ ਇਹ ਜ਼ਰੂਰ ਮੈਂ ਬੜੇ ਦੁੱਖ ਦੇ ਨਾਲ ਹੀ ਇਸ ਗੱਲ ਨੂੰ ਕਹਿ ਰਿਹਾ, ਔਰ ਅਸੀਂ ਕੋਈ ਕਿਸੇ ਬਾਰੇ ਇਲਵਿਲ ਨਹੀਂ ਰੱਖਦੇ। ਔਰ ਬਹੁਤ ਸਾਰਿਆਂ ਨੇ, ਸਗੋਂ ਦਰਸ਼ਕਾਂ ਨੇ ਆ ਕੇ ਕਿਹਾ ਜੀ ਕਿ ਤੁਸੀਂ TV 84 ਵੱਲੋਂ ਕਿਉਂ ਨਹੀਂ ਕਵਰ ਕਰਨ ਦੇ ਲਈ ਤੁਹਾਡੀ ਟੀਮ ਕਿਉਂ ਨਹੀਂ ਆਈ। ਉਹਨਾਂ ਨੂੰ ਮੈਂ ਕਿਹਾ ਕਿ ਜੀ ਅਸੀਂ ਕਾਸ਼ ਅਸੀਂ ਕਰ ਸਕਦੇ ਹੁੰਦੇ, ਜੇ ਅਸੀਂ ਫਾਈਨੈਂਸ਼ੀਅਲ ਸਟਰਗਲਿੰਗ ਪਾਰਟ ਹੈ, ਪਰ ਮੈਂ ਉਹਨਾਂ ਨਾਲ ਇਕਰਾਰ ਕੀਤਾ, ਈਵਨ ਪ੍ਰਬੰਧਕਾਂ ਨੇ ਵੀ ਕਿਹਾ ਕਿ ਵੀ, ਔਰ ਉਹ ਸਾਂਝੇ ਫਲੋਟ ਤੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਸੀ ਕਿ ਵੀ TV 84 ਪੰਥਕ ਖਾਲਸਤਾਨੀ ਸੋਚ ਦਾ ਪਹਿਰੇਦਾਰ ਹੈ ਔਰ ਪੰਥ ਦੀ ਗੱਲ ਨੂੰ ਕਰਦਾ। ਸੋ ਗੁਰੂ ਨੇ ਚਾਹਿਆ ਅਗਲੇ ਸਾਲ ਤੱਕ ਪਹੁੰਚਦੇ ਹਾਂ, ਅਸੀਂ ਜ਼ਰੂਰ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਇਸ ਪੈਰੇਡ ਨੂੰ ਅਸੀਂ, ਕਿਉਂਕਿ ਸਾਡੇ ਕੋਲ ਬੈਸਟ ਕੈਮਰਾਮੈਨ ਨੇ, ਬੈਸਟ ਸਾਡੀ ਟੈਕਨੀਕਲ ਟੀਮ ਹੈ, HD ਸਾਡਾ ਰੈਜ਼ੋਲੂਸ਼ਨ ਹੈ, ਔਰ ਜਿਸ ਤਰੀਕੇ ਦੇ ਨਾਲ ਅਸੀਂ ਈਸਟ ਕੋਸਟ ਤੇ ਕਵਰ ਕਰਦੇ ਹਾਂ ਬਾਕੀ ਇਵੈਂਟਸ ਨੂੰ ਪਸੰਦ ਕੀਤਾ ਜਾਂਦਾ ਹੈ, ਸਪੈਸ਼ਲ ਪ੍ਰੋਗਰਾਮ ਇਸ ਤੇ ਹੁੰਦੇ ਨੇ। ਸੋ ਇਹ ਪਾਰਟ ਜਿਹੜਾ ਹੈ, ਬਾਕੀ ਜਿਵੇਂ ਮੈਂ ਦੱਸਿਆ ਵੀ ਫਲੋਟ ਦੇ ਨਾਲ ਬੜੀ ਉਤਸ਼ਾਹ ਵਾਲੀ ਗੱਲ ਸੀ, ਔਰ ਚਾਰ ਚਫੇਰੇ ਖਾਲਿਸਤਾਨ ਗੂੰਜ ਰਿਹਾ ਸੀ। ਹਾਲਾਂਕਿ ਮੈਂ ਦੇਖਦਾ ਵੀ ਜਿਹੜੀ ਕਵਰੇਜ PTI ਨੇ ਵੀ ਖਬਰ ਦਿੱਤੀ ਹੈ, ਬਟ ਉਹਨਾਂ ਨੇ ਵੀ ਖਾਲਿਸਤਾਨ, ਜੇ ਹੁਣ ਸਾਡੇ ਆਪਣੇ ਫੈਲੋ ਪੰਜਾਬੀ ਚੈਨਲ, ਸਿੱਖ ਚੈਨਲ ਜਿਹੜੇ ਕਿ ਜਿਨ੍ਹਾਂ ਦੀ ਬ੍ਰੈਡ ਬਟਰ ਜਿਹੜੀ ਹੈ ਸਿੱਖ ਗੁਰਦੁਆਰਿਆਂ ਔਰ ਸਿੱਖ ਕਮਿਊਨਿਟੀ ਦੇ ਮੁੱਦਿਆਂ ਦੇ ਉੱਤੇ ਐਵਰੀਡੇ ਗੱਲਬਾਤ ਕਰਕੇ ਨਿਕਲਦੀ ਹੈ, ਜੇ ਉਹਨਾਂ ਦਾ ਇਹ ਹਾਲ ਹੈ ਤਾਂ ਫਿਰ ਇੰਡੀਅਨਸ ਦੇ ਉੱਤੇ ਕਾਹਦੀ ਸ਼ਿਕਾਇਤ ਹੈ ਜੀ ਕਿ PTI ਨੇ ਨਹੀਂ ਕਿਹਾ ਕਿ ਜੀ ਖਾਲਿਸਤਾਨੀ ਸੁਰ ਕੀ ਸੀ। ਔਰ ਕੱਲਾ ਸਾਡਾ ਫਲੋਟ ਨਹੀਂ, ਉਹਦੇ 'ਚ ਕਿੰਨੇ ਫਲੋਟ ਐਸੇ ਸਨ ਜਿਹੜੇ ਖਾਲਿਸਤਾਨ ਦੇ ਮੁੱਦੇ ਤੇ, ਜੂਨ 84 ਦੇ, ਨਵੰਬਰ 84 ਦੇ ਉੱਤੇ ਜਿਹੜੇ ਨੇ ਕੇਂਦਰਤ ਸਨ ਔਰ ਵਾਰਾਂ ਚੱਲ ਰਹੀਆਂ ਸੀ, ਔਰ ਉਹ ਸਾਰੇ ਪਾਰਟ 'ਚ ਇੱਕ ਰੰਗੀਨੀ ਵੀ ਸੀ, ਕਿਉਂਕਿ ਜਦੋਂ ਉੱਥੇ ਤੁਸੀਂ ਜਿਹੜਾ, ਔਰ ਖਾਸ ਤੌਰ ਤੇ ਇੱਕ ਬੜੀ ਵੱਡੀ ਨਿਊਜ਼ ਏਜੰਸੀ ਦੇ ਕੋਰਸਪੋਂਡੈਂਟ ਦਿੱਲੀ ਤੋਂ, ਉੱਥੋਂ ਅੰਮ੍ਰਿਤਸਰ ਤੋਂ ਆਏ ਹੋਏ ਸੀ ਕਵਰ ਕਰਨ, ਤੇ ਉਹਨਾਂ ਨੇ ਵੀ ਮੈਨੂੰ ਕਿਹਾ, ਉਹਨਾਂ ਨੇ ਕਿਹਾ ਕਿ ਜੀ ਤੁਸੀਂ ਜਿਵੇਂ ਰਿਸਪੌਂਡ ਕੀਤਾ ਹੈ ਬੀਬੀ ਕਰਨਜੋਤ ਨੂੰ, ਕਹਿੰਦੇ ਕਿ ਵੀ ਇਹ ਰਿਮਾਰਕੇਬਲ ਪਾਰਟ, ਵੀ ਮੈਂ ਆਈ ਹੈਵ ਨੈਵਰ ਸੀਨ ਸੱਚ ਅ ਥਿੰਗ ਇਨ ਮਾਈ ਲਾਈਫ। ਸੋ ਕੁੱਲ ਮਿਲਾ ਕੇ ਇੱਕ ਪਾਸਾ ਇਹ ਸੀ, ਤੇ ਜੇ ਤੁਸੀਂ ਸੇਵਾ ਦਾ ਪੱਖ ਦੇਖੋ, ਉੱਥੇ ਮੱਕੀ ਦੀ ਰੋਟੀ, ਸਾਗ ਵੀ ਹੈ, ਤਾਜ਼ਾ ਗੰਨੇ ਦਾ ਰਸ ਵੀ ਕੱਢਿਆ ਜਾ ਰਿਹਾ ਹੈ, ਸੰਤਰਿਆਂ ਦਾ, ਜਿਹੜੀ ਚੀਜ਼ ਕਿਤੇ ਤੁਸੀਂ ਪੰਜਾਬ ਦੀ ਯਾਦ ਹੋਏਗੀ, ਉਹ ਤੀਲਿਆਂ ਵਾਲੀ ਕੁਲਫੀ ਤੋਂ ਲੈ ਕੇ ਸਭ ਕੁਝ ਹੀ ਜਿਹੜਾ ਹੈ। ਸੋ ਉਹਨਾਂ ਦੇ ਲਈ, ਉਹਨਾਂ ਦੀ ਜਿਨ੍ਹਾਂ ਦੀਆਂ ਫੈਮਿਲੀਜ਼ ਵੀ ਈਵਨ ਇੱਥੋਂ ਇੰਡੀਆ ਤੋਂ ਆਈਆਂ ਸੀ, ਉਹਨਾਂ ਨੇ ਵੀ ਕਿਹਾ ਕਿ ਜੀ ਇੱਦਾਂ ਦਾ ਆਨੰਦ ਅਸੀਂ ਕਿਤੇ ਨਹੀਂ ਮਾਣਿਆ। ਔਰ ਜਿਵੇਂ ਸੈਲਫਲੈਸਲੀ ਜਿਹੜੇ ਨੇ ਥਾਂ ਦਾ ਜਦੋਂ ਮਾਰਚ ਕਰਦਾ, ਨਿਊਯਾਰਕ ਵੀ ਪੈਰੇਡ ਹੁੰਦੀ ਹੈ, ਪਰ ਇੱਥੇ ਕਿਉਂਕਿ ਬ੍ਰੌਡਵੇ ਉਹ ਦੂਸਰਾ ਹੈ, ਇੱਥੇ ਤਾਂ ਤੁਸੀਂ ਟਿਕਾਣੇ ਤੇ ਪਹੁੰਚ ਕੇ ਪਾਰਕ ਦੇ ਵਿੱਚ ਹੀ ਹੁੰਦਾ, ਪਰ ਉਹ 4-5 ਮੀਲ ਦਾ ਗੇੜਾ ਹੈ, ਕਾਫੀ ਕੈਲਰੀਜ਼ ਬਰਨ ਹੁੰਦੀਆਂ, ਪਰ ਇੰਨੀਆਂ ਕੁ ਨਾਲ ਇਕੱਠੀਆਂ ਵੀ ਹੋ ਜਾਂਦੀਆਂ, ਜੋ ਜਲੇਬੀਆਂ ਤੋਂ ਸ਼ੁਰੂ ਹੁੰਦਾ ਹੈ ਕੰਮ ਸਾਰੇ ਰਸਤੇ। ਸੋ ਉਹ ਵੀ ਇੱਕ ਬੜਾ ਯੂਨੀਕ ਪੱਖ ਹੈ। 1.5 ਲੱਖ ਤੋਂ ਜ਼ਿਆਦਾ ਪਾਰਟਿਸਿਪੇਸ਼ਨ ਹੁੰਦੀ ਹੈ ਨਗਰ ਕੀਰਤਨ 'ਚ, ਔਰ ਕੋਈ ਵੀ ਇਨਸੀਡੈਂਟ ਨੈਗੇਟਿਵ ਨਾ ਹੋਣਾ, ਔਰ ਸੇਵਾ ਦੇ ਨਾਲ, ਔਰ ਜਿਵੇਂ ਮੇਨ ਫੰਕਸ਼ਨ ਦੇ ਵਿੱਚ ਸਵੇਰੇ, ਕਿਉਂਕਿ ਐਤਵਾਰ ਦੇ ਦੀਵਾਨ 'ਚ ਵੀ ਮੈਂ ਐਡਰੈਸ ਕੀਤਾ, ਉਹਦੇ 'ਚ 2-3 ਕਾਂਗਰਸਮੈਨ ਸੀ, ਸਿਟੀ ਆਫੀਸ਼ੀਅਲ ਸੀ, ਔਰ ਉਹ ਵੀ ਜਿਹੜਾ ਪ੍ਰੋਗਰਾਮ ਹੈ ਉਹ ਲਾਈਵ ਜਾ ਰਿਹਾ ਸੀ। ਹਾਲਾਂਕਿ ਦੂਜੇ ਪੰਜਾਬੀ ਚੈਨਲਾਂ ਦੇ ਮੈਂ ਮਾਈਕ ਦਾ ਸਾਹਮਣੇ ਖੜਾ, ਪਰ ਮੈਨੂੰ ਲੱਗਦਾ ਹੈ ਵੀ ਉਹਨਾਂ ਨੇ ਜਿਹੜੇ ਨੇ ਸਵਿਚ ਆਫ ਹੀ ਕੀਤੇ ਹੋਣੇ ਨੇ, ਉਹ ਮੈਨੂੰ ਇਨਪੁਟ ਨਹੀਂ, ਕਿਉਂਕਿ ਐਤਵਾਰ ਵਾੜੇ 'ਚ ਬਹੁਤੀਆਂ ਸੰਗਤਾਂ ਆਪ ਹੀ ਆਈਆਂ ਹੁੰਦੀਆਂ ਦੀਵਾਨ 'ਚ, ਉਹ ਸੁਣ ਲੈਂਦੀਆਂ ਨੇ। ਲੇਕਿਨ ਸੈਟਰਡੇ ਈਵਨਿੰਗ ਵਾਲਾ ਜਿਹੜਾ ਪਾਰਟ ਹੈ ਉਹ ਮੀਡੀਆ ਦੇ ਉੱਤੇ ਮੈਂ ਸਮਝਦਾ ਵੀ ਆਪਣੇ ਮੀਡੀਆ ਦੇ ਲਈ ਜਿਹੜੀ ਹੈ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਵੀ ਸ਼ਰਮ ਵਾਲੀ ਗੱਲ ਹੈ, ਇਹ ਮੈਂ ਜ਼ਰੂਰ ਕਹਾਂਗਾ ਵੀ ਇਹ ਮਾਣ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਇੰਨੀ ਵੀ ਜਿਹੜੀ ਹੈ ਇੰਡੀਪੈਂਡੈਂਸ ਮੀਡੀਆ ਦੀ ਉਹਨੂੰ ਇੱਥੇ ਕਰਨ ਨੂੰ ਤਿਆਰ ਨਹੀਂ, ਔਰ ਕਲੇਮ ਤੁਸੀਂ ਕਰਦੇ ਹੋ ਜੀ ਕਿ ਤੁਸੀਂ ਜਿਹੜਾ ਉਹ ਆਜ਼ਾਦ ਆਵਾਜ਼ ਔਰ ਸਿੱਖੀ ਦੀ ਜਿਹੜੀ ਹੈ ਉਹ ਨੁਮਾਇੰਦਗੀ ਕਰਦੇ ਹੋ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।